अस्सलाम वालेकुम नाज़रीन, चचप दे शो ਦੇ ਇੱਕ ਨਵੇਂ ਐਪੀਸੋਡ ਦੇ ਨਾਲ ਨਵੀਂ ਕਿਸ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੈਂ ਇਮਰਾਨ ਮਲਿਕ, ਮੇਰੇ ਨਾਲ ਨੇ ਤੁਹਾਡੇ ਮਨਪਸੰਦ अस्सलाम वालेकुम नाज़रीन, की हाल चाल है? ठीक ठाक हो? खैर खैरियत है? राजी बाजी हो? मेरी बड़ियां दुआवां ने ਤੁਹਾਡੇ ਵਾਸਤੇ ਕਿ ਅੱਲਾਹ ਤਾਲਾ ਤੁਹਾਨੂੰ ਖੈਰ ਖੈਰਿयत ਨਾ ਰੱਖੇ। ਪਿਛਲੇ ਕੁਝ ਦਿਨਾਂ ਤੋਂ ਨਾ ਦੋ ਤਿੰਨ ਖਬਰਾਂ ਨੇ ਜਿਹਦਾ ਬੜਾ ਦਿਲ ਕਰ ਰਿਹਾ ਸੀ। ਕੱਲ ਹੀ ਅਸੀਂ ਰਿਕਾਰਡਿੰਗ ਕੀਤੀ ਲੇਕਿਨ कल वो जरा कोई आवाज़ का मसला हो गया। आवाज़ का मसला। मेरी आवाज़ ही पहचान है, घर याद रहे। चुप हो गई सी आवाज़ दे के देख लो, शायद वो मिल ही जाए, वरना ये उम्र भर का सफर रहेगा तो है। नियाज़ी साहब तो कहते आवाज़ दे कहाँ है, तो आवाज़ दे कल आवाज़ जी है वो उठी नहीं ਰਿਕਾਰਡਿੰਗ ਕਰ ਲਈ ਤੀ ਨਾਜ਼ਰੀਨ, ਸਭ ਕੁਝ ਹੋ ਗਿਆ ਤੇ ਬਾਅਦ ਚ ਪਤਾ ਲੱਗਾ ਜੀ ਆਵਾਜ਼ ਹੀ ਨਹੀਂ ਹੈ। ਤੇ ਅਸੀਂ ਕਿਉਂ ਤੁਹਾਨੂੰ ਅਸੀਂ ਹੱਥਾਂ ਦੇ ਇਸ਼ਾਰੇ ਨਾਲ ਤਾਂ ਨਹੀਂ ਸਮਝਾ ਸਕਦੇ। ਨਹੀਂ ਅਸੀਂ ਦੁਬਾਰਾ ਰਿਕਾਰਡਿੰਗ ਕਰਨੇ ਆ। ਤੇ ਅੱਜ ਦੇ ਸ਼ੋਅ ਨਾਲ ਜਿਹੜੀ ਪਹਿਲੀ ਸਭ ਤੋਂ ਮੇਨ ਗੱਲ ਹੈ ਉਹ PSL Song ਹੈ, ਜਿਹਨੂੰ ਆਇਮਾ ਬੇਗ ਨੇ ਇੱਕ ਸਾਡੇ ਕੀ ਕਹਿੰਦੇ ਬਹੁਤ ਅੱਛੇ ਉਹ ਕੀ ਕਹਿੰਦੇ ਨਵਾਂ ਜਿਹੜਾ ਆਇਆ ਉਹ ਸਿੰਗਰ ਸਟ੍ਰਿੰਗਸ ਉਹ ਨੇ ਤੇ ਨਾਲ ਨਸੀਬੋ ਲਾਲ ਨੇ ਨਾਜ਼ਰੀਨ ਐਡਾ ਜ਼ਬਰਦਸਤ ਪਿਚ ਤੇ ਗਾਣਾ ਗਾਇਆ ਹੈ, ਲੇਕਿਨ ਜਿੰਨੀ ਅੱਛੀ ਉਹਨਾਂ ਦੀ ਪਿਚ ਹੈ ਉਨੀ ਜ਼ਿਆਦਾ ਉਹਨਾਂ ਦੀ ਤਨਕੀਦ ਹੋਈ। ਤਨਕੀਦ ਉਸ ਹਲਕਿਆਂ ਤੋਂ ਹੋਈ ਹੈ ਜਿਨ੍ਹਾਂ ਨੇ ਤੁਸੀਂ ਕਹਿ ਲਓ ਕਰਾਊਡ ਹੋਏਗਾ ਜਿਹੜਾ ਮੰਮੀ ਡੈਡੀ ਕਰਾਊਡ ਹੈ। ਤੇ ਅਫਸੋਸ ਹੈ ਗੱਲ ਹੈ ਜਿਹੜੇ ਸਾਡੇ ਮੀਰ ਦੀ ਕਹਿ ਦੇ ਕੀ ਕਹਿੰਦੇ ਨੇ ਮੌਸੀਕੀ ਵਾਲੇ ਹਲਕੇ ਨੂੰ ਮਸਲਨ ਅਲੀ ਜ਼ਫਰ ਨੇ ਵੀ ਗਾਣਾ ਗਾਇਆ, ਕੋਈ ਐਸਾ ਨਹੀਂ ਬੰਦਾ ਹੈਗਾ ਜਿਹਨੇ ਆ ਕੇ ਤਾਰੀਫ ਕੀਤੀ ਹੋਏ। ਨਹੀਂ ਉਹ ਤਾਂ ਫਿਰ ਸਾਡੀ ਮੌਸੀਕੀ 'ਚ ਇੱਕ ਬੜੀ ਗਲਤ ਗੱਲ ਹੈ ਇਮਰਾਨ ਸਾਹਿਬ, ਕੋਈ ਕਿਸੇ ਦੀ ਤਾਰੀਫ ਕਰਦਾ ਹੀ ਨਹੀਂ ਤੇ ਐਡਾ ਸੋਹਣਾ ਉਹਨਾਂ ਨੇ ਗਾਇਆ। ਦੇਖੋ ਆਪਣੀ ਚੀਜ਼ ਨੂੰ ਅਸੀਂ ਓਨ ਹੀ ਨਹੀਂ ਕਰਦੇ, ਅਸੀਂ ਕਹਿ ਰਹੇ ਨਸੀਬੋ ਲਾਲ ਯਾਰ ਨਸੀਬੋ ਲਾਲ ਦੀ ਆਵਾਜ਼ ਦੀ ਕੁਆਲਿਟੀ ਚੱਕ ਦੋ ਤਿੰਨ ਜੁਮਲੇ ਤਾਂ ਸੁਣਾਓ, ਕੀ ਗਾਣਾ ਕੀ ਹੈਗਾ ਵਾਮ ਅੱਜ ਵੇਖੇਗਾ ਕਰਾਊਡ ਮੇਰਾ ਗਰੂਵ ਟੀਵੀ ਤੇ, ਉਹਨਾਂ ਨੇ ਬੜੀ ਰੌਕਿੰਗ ਸਟਾਈਲ ਹੈ। ਅੱਜ ਵੇਖੇਗਾ ਕਰਾਊਡ ਮੇਰਾ ਗਰੂਵ ਟੀਵੀ ਤੇ, ਅੱਜ ਵੇਖੇਗਾ ਕਰਾਊਡ ਮੇਰਾ ਗਰੂਵ ਟੀਵੀ ਤੇ, ਅੱਜ ਸਾਡੇ ਮੂਡ ਦੀ ਟੋਰ ਇੱਕ ਜੋਰੇ, ਲੋਕੀ ਸਾਰੇ ਘਰ ਬੈਠੇ ਫੇਰ ਕੀਤਾ ਸ਼ੋਰੇ, ਚਮ ਚਮ ਬੱਤੀਆਂ ਨੇ ਗੇਮੀ ਚੱਕਤੀ, I am ready ਤੇ I am sure। ਉਹ ਨਸੀਬੋ ਲਾਲ ਦੇ ਮੂੰਹ ਚੋਂ ਕਿੰਨਾ ਸੋਹਣਾ ਲੱਗਾ, ਸੋਹਣਾ ਲੱਗਿਆ I am sure। ਦੇਖੋ ਉਹ ਵਾਕਾ ਗਾਣਾ ਆਇਆ ਸੀ, ਉਹ ਸ਼ਕੀਰਾ ਨੇ ਗਾਇਆ ਸੀ, ਵਰਲਡ ਕੱਪ ਫੁੱਟਬਾਲ ਦਾ ਵਰਲਡ ਕੱਪ ਸੀ, ਹਰ ਬੰਦੇ ਦੀ ਆਵਾਜ਼ ਉੱਥੇ ਕਿਸੇ ਤਨਕੀਦ ਨਹੀਂ ਕੀਤੀ, ਉਹਨੇ ਲੋਕਲ ਆਵਾਜ਼ 'ਚ ਗਾਇਆ, ਸਹੀ ਗਾਇਆ ਗਲਤ ਗਾਇਆ ਨਹੀਂ। ਮੇਰਾ ਸਾਹਿਬ ਅਸੀਂ ਨਾ ਆਪਣੀ ਚੀਜ਼ ਨੂੰ ਨਾ ਪਸੰਦ ਨਹੀਂ ਕਰਦੇ, ਐਸਾ ਕੰਪਲੈਕਸ ਇਹ ਸਾਡਾ ਨਾ ਇੱਕ ਫੈਸ਼ਨ ਬਣ ਚੁੱਕਿਆ ਹੈ ਕਿ ਆਪਣੇ ਪਾਕਿਸਤਾਨ ਦੀਆਂ ਚੀਜ਼ਾਂ ਦੀ ਬਦਤਰੀਫੀਆਂ ਕਰੋ ਤੇ ਬਾਹਰੋਂ ਭਾਵੇਂ ਖੇ ਆ ਜੇ ਉਹਦੀਆਂ ਤਾਰੀਫਾਂ ਕਰੋ। ਤੁਸੀਂ ਬਹੁਤ ਮਸਲ ਗਾਣੇ ਗਾਏ ਨੇ, ਤੁਸੀਂ ਕਿਸ਼ੋਰ ਵੀ ਗਾਇਆ, ਰਫੀ ਗਾਇਆ, ਉਹਨਾਂ ਤੁਸੀਂ ਮਸਲ ਤਰਬੀਅਤ ਲੈਤੀ ਹੈ ਮੂਜ਼ਿਕ ਦੀ। ਮੈਨੂੰ ਇਹ ਦੱਸੋ ਕਿ ਅਲੀ ਜ਼ਫਰ ਹਰ ਦਫਾ ਜਦ ਗਾਣਾ ਆਉਂਦਾ PSL ਦਾ ਪਹਿਲਾਂ ਉਹਨੇ ਗਾ ਤਾਂ ਹਿੱਟ ਹੋ ਗਿਆ, ਅਸੀਂ ਮੰਨ ਲੈਂਦੇ ਜੀ ਬਹੁਤ ਅੱਛਾ ਗਾਇਆ ਨਾ, ਗਾਇਆ ਹਿੱਟ ਹੋ ਗਿਆ। ਅੱਛਾ ਹਰ ਦਫਾ ਜਦੋਂ ਗਾਣਾ ਆਉਂਦਾ ਫੌਦ ਖਾਨ ਨੇ ਗਾਇਆ, ਹੋਰ ਕੋਈ ਸਿੰਗਰ ਨੇ ਗਾਇਆ ਤੇ ਉਹ ਫੌਰਨ ਆਪਣਾ ਟਵੀਟ ਕਰਦੇ ਨੇ ਕਿ ਭਾਈ ਕੀ ਜ਼ਰੂਰਤ भाई हाज़िर यार मसल नहीं वो दरअसल नहीं वो अपने आप ना डॉन भाई समझदा, डॉन अच्छा डॉन भाई हाज़िर है, अच्छा भाई सब ठीक कर देगा भाई नहीं वो नो डाउट अच्छा सिंगर है, लेकिन ਐਵੇਂ कि हर चीज़ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ। ਉਹਨਾਂ ਨੇ ਬੜਾ ਅੱਛਾ ਗਾਣਾ ਗਾਇਆ ਸੀ, ਹੁਣ ਇਹ ਗਾਇਆ ਇਸ ਗਾਣੇ ਨੂੰ ਅਪਰੀਸ਼ੀਏਟ ਕਰੋ ਯਾਰ। ਤਾਂ ਦੇਖੋ ਨਾ ਅਸੀਂ ਆਪਣੀ ਚੀਜ਼ ਦੀ ਤਾਰੀਫ ਕਰਾਂਗੇ ਤੇ ਦੁਨੀਆ ਕਰੇਗੀ, ਠੀਕ ਹੈ ਨਾ। ਅਸੀਂ ਅਗਰ ਇੱਕ ਦੂਸਰੇ ਨੂੰ ਆਪੇ ਹੀ ਕ੍ਰਿਟਿਸਾਈਜ਼ ਕਰੀ ਜਾਵਾਂਗੇ ਤੇ ਦੁਨੀਆ ਨੇ ਤੇ ਫਿਰ ਮਸਲ ਲੈਵਲ ਦਾ ਰਿਕਾਰਡ ਬਣਿਆ ਕਿ ਇਨ ਸਭ ਤੋਂ ਘੱਟ ਟਾਈਮ 'ਚ 2 ਮਿਲੀਅਨ ਲੋਕਾਂ ਨੇ ਦੇਖਿਆ YouTube ਤੇ ਫਿਰ ਇਹ ਤਨਕੀਦ ਕਰਨ ਵਾਲਿਆਂ ਨੂੰ ਇਹ ਗੱਲ ਨਜ਼ਰ ਨਹੀਂ ਆ ਰਹੀ। ਉਹ ਕਹਿੰਦੇ ਮੈਡਮ ਨੇ ਵੀ ਕਿਹਾ ਕਿ ਮੂੰਹ ਦੇ ਚਪੇੜ ਹੈ। ਚਲੋ ਅਸੀਂ ਤੇ ਇਹਨੇ ਸਖਤ ਇਸਤੇਮਾਲ ਕਰਾਂਗੇ ਤੇ ਬਾਹਰ ਲੈ ਆਵੇ ਕਿ ਉਹਨਾਂ ਨੂੰ ਇਹ ਨਜ਼ਰ ਆਉਣਾ ਚਾਹੀਦਾ ਕਿ ਯਾਰ ਦੇਖੋ। ਅੱਛਾ ਨਾਜ਼ਰੀਨ ਹੋਰ ਬੜੀਆਂ ਖਬਰਾਂ ਅਸੀਂ ਦੁੱਖ ਵਾਲੀਆਂ ਸੁਣਦੇ ਹਾਂ, ਇੰਝ ਹੁੰਦਾ ਤੇ ਇੰਝ ਹੁੰਦਾ, ਆਏ ਦਿਨ ਕੋਈ ਹਾਦਸਾ ਹੋ ਰਿਹਾ। ਤੇ ਇੱਕ ਬੜੀ ਅੱਛੀ ਖਬਰ ਆਈ ਪਾਕਿਸਤਾਨ ਕ੍ਰਿਕਟ ਵੱਲੋਂ, ਨਿਊਜ਼ੀਲੈਂਡ ਅਸੀਂ ਹਾਰ ਕੇ ਆਏ ਸੀ ਲੇਕਿਨ ਅਸੀਂ ਇੱਥੇ ਪਾਕਿਸਤਾਨ 'ਚ ਸਾਊਥ ਅਫਰੀਕਾ ਕੋਲੋਂ 18 ਸਾਲ ਬਾਅਦ ਸੀਰੀਜ਼ ਜਿੱਤੀ ਹੈ। ਕਲੀਨ ਸਵੀਪ ਮੈਂ ਕਹਿੰਦਾ ਇਮਰਾਨ ਸਾਹਿਬ ਮੇਰਾ ਉਦੋਂ ਬੇਟਾ ਪੈਦਾ ਹੋਇਆ ਸੀ, ਉਦੋਂ ਮੈਂ ਜਿੱਤਿਆ ਤਾਂ 18 ਸਾਲ ਬਾਅਦ ਛੋੜ ਹੋਇਆ ਜੀ। ਇਹ ਬੇਟਾ ਨਹੀਂ ਹੋਇਆ ਨਹੀਂ, ਉਹ 18 ਸਾਲ ਦਾ ਹੋ ਗਿਆ ਜਿੱਤੇ ਹੁਣ। ਅੱਛਾ ਮੈਂ ਬਲਕਿ ਤੁਸੀਂ ਬੇਟੇ ਦੇ ਪੈਦਾ ਹੋਣਾ ਰੱਖਿਆ ਨਹੀਂ, ਉਹਦੇ ਦੌਰਾਨ ਮੈਂ 2 ਬੇਟੇ ਹੋਰ ਪੈਦਾ ਕੀਤੇ ਨੇ। ਅੱਛਾ ਲੇਕਿਨ ਕਲੀਨ ਸਵੀਪ ਨਹੀਂ ਹੋਈ। ਅੱਛਾ ਕ੍ਰਿਕਟ ਨਹੀਂ ਕੀਤੀ ਮੈਂ 2-3 ਵਾਰੀ ਕਰਤੀ ਲੇਕਿਨ ਕ੍ਰਿਕਟ ਵੱਲੋਂ ਨਹੀਂ ਹੋਈ। ਤੇ ਮੇਰਾ ਤਾਂ ਖਿਆਲ ਹੈ ਕਿ ਜੇ ਇਸ ਤਰ੍ਹਾਂ ਹੀ ਇਹਨਾਂ ਨੇ ਕਰਨਾ 18 ਸਾਲ ਦੇ ਵਕਫੇ ਤੋਂ ਬਾਅਦ ਤੇ ਵਿੱਚ ਬੱਚੇ ਪੈਦਾ ਕਰੀ ਜਾਈਏ ਤਾਂ ਕਿ ਹੋਰ ਸਾਡੇ ਕ੍ਰਿਕਟ ਟੀਮ 'ਚ ਬੱਚੇ ਆਉਣ ਤੇ ਕੌਮ ਮੁਬਾਰਕਬਾਦ ਦੀ ਮਸਲੇ ਬਿਲਕੁਲ ਮਸਲੇ ਇਹਦੇ 'ਚ ਵੀ ਸਾਡੇ ਕੁਝ ਜਈਦ ਕਿਸਮ ਦੇ ਸੀਨੀਅਰ ਸਾਫੀ ਨੇ, ਉਹ ਬਾਜ਼ ਨਹੀਂ ਹੈ, ਉਹਨਾਂ ਨੇ ਮਸਲੇ ਜੁਮਲਾ ਕਿਹਾ ਕਿ ਇਹ ਪਾਕਿਸਤਾਨ ਦੀ जीत नहीं साउथ अफ्रीका की हार है। ते मैंने समझ नहीं आती कि मनफियत की होती है। याहिया हुसैन साहब माशाल्लाह अच्छे आदमी ने और यकीन करो घर च ना
ਇਹੋ ਜਿਹੇ ਬੰਦੇ ਦੀ ਸਲਾਹ ਤੇ ਹਾਂਡੀ ਨਹੀਂ ਬਣਦੀ। ਅੱਛਾ, ਜਿਹੜੇ ਤੀਜੀ ਅਨਗਾਰ ਬਣਦੇ ਨੇ। ਔਰ ਯਕੀਨ ਕਰੋ ਘਰ 'ਚ ਕੋਈ ਅੱਛਾ ਮਸ਼ਵਰਾ ਕਰਨਾ ਹੋਵੇ ਨਾ ਤੈਨੂੰ ਕਹਿੰਦੇ ਚੱਲ ਯਾਰ ਤੂੰ ਬਾਹਰ ਜਾ ਰਿਹਾ ਤੇ ਉਹ ਆ ਕੇ ਵੱਡੇ ਵੱਡੇ ਮਸ਼ਵਰੇ ਕਰਨ ਲੱਗ ਪੈਂਦੇ ਨੇ। ਤੇ ਯਾਰ ਤੁਸੀਂ ਆਪਣੇ ਮੁਲਕ ਨੂੰ ਆਪ ਆਪਣੀ ਟੀਮ ਨੂੰ ਜਦੋਂ ਬਕਰ ਨਹੀਂ ਕਰੋਗੇ ਤੇ ਕੌਣ ਕਰੇਗਾ? ਇਹੀ ਗੱਲ ਮੈਂ ਨਸੀਬੋ ਲਾਲ ਜੀ ਦੇ ਗਾਣੇ 'ਤੇ ਕਹਿ ਰਿਹਾ ਕਿ ਨਸੀਬੋ ਲਾਲ ਸਾਹਿਬਾ ਦੀ ਆਵਾਜ਼ 'ਚ ਜੋ ਜਾਦੂ ਹੈ ਉਹ ਤੁਸੀਂ ਉਹਨੂੰ ਮਹਿਸੂਸ ਤੇ ਕਰੋ। ਉਹ ਲੋਕਾਂ ਨੇ ਦਰਅਸਲ ਤਾਂ ਉਹ ਇੱਕ ਖਾਸ ਜਿਹੀ ਕੌਮ ਗੁੱਜਰ ਉਹਨਾਂ ਕੋਲ ਆ ਗਿਆ ਪੈਸਾ ਜ਼ਮੀਨਾਂ ਵੇਚ ਕੇ ਉਹਨਾਂ ਨੇ ਫਿਲਮਾਂ ਬਣਾਈ, ਉਹ ਗੁੱਜਰਾਂ ਦੇ ਗਾਣੇ ਬਣ ਗਏ। ਨਸੀਬੋ ਲਾਲ ਨੇ ਗਾਣੇ ਵੀ ਸਾਰੇ ਗੁੱਜਰਾਂ ਨੇ ਗਾਏ। ਉਹ ਬਰਾਬਰ ਸਭ ਦੇਖੋ ਨਾ, ਉਹਨੇ ਆਪ ਨਹੀਂ ਗਾਇਆ, ਉਹ ਗਵਾਏ ਗਏ ਨੇ। ਉਹ ਜੱਫੀ ਕੁੱਟ ਕੇ ਜੇ ਭਾਵੇਂ ਇੱਕ ਵਾਰ ਗੁਜਰਾ ਤੇ ਗੜਵੀ ਦੁੱਧ ਵਾਲੀ ਇੱਕੋ ਡਿੱਗ ਚ ਪੀ ਜਾ। ਅੱਛਾ, ਮੈਨੂੰ ਇਹ ਨਹੀਂ ਸਮਝ ਆਈ ਗਾਣੇ ਬਣਾਉਣ ਵਾਲਾ ਤੇ ਇੱਕ ਡਾਂਗੀ ਆ ਮੰਜੀ ਥੱਲੇ ਡਾਂਗ। ਦੇਖੋ ਮੇਰਾ ਸਾਹਿਬ ਤੁਸੀਂ ਗਲਤ ਤਾਂ ਜਾਓ, ਚੀਜ਼ ਕੋ ਮੰਜੀ ਥੱਲੇ ਵੜ ਜਾਓ ਉਹਨੂੰ ਡਾਂਗ ਨਹੀਂ ਕੱਢਣਾ ਪੈਂਦਾ ਨਾ। ਕੋਈ ਲੰਮੀ ਚੀਜ਼ ਹੱਥ ਪਾ ਕੇ ਜਿਹੜਾ ਧੜਦਾ ਹੀ ਜਾ ਰਿਹਾ ਹੱਥ ਤੇ ਅੱਗੋਂ ਤੁਹਾਨੂੰ ਕੋ ਡਾਂਗ ਨੂੰ ਕੱਢਣੀ ਪੈਂਦੀ ਤੇ ਉਸ ਸੈਂਸ 'ਚ ਕਿਹਾ ਗਿਆ ਉਹ ਲੋਕਾਂ ਨੂੰ ਗਲਤ ਲੱਗੇ। ਦੇਖੋ ਇਹ ਮੈਨੂੰ ਉਹਨਾਂ ਤੇ ਬੜਾ ਇਤਰਾਜ਼ ਹੈ ਕਿ ਇਹ ਜਿਹੜੇ ਸਿਰਫ ਗੁੱਜਰ ਕੌਮ ਨੂੰ ਇੰਨੀ ਅਹਿਮੀਅਤ ਦੇ ਦਿੱਤੀ ਸਾਡੀ ਫਿਲਮ ਇੰਡਸਟਰੀ ਨੇ। ਮਤਲਬ ਕਿ ਗੁੱਜਰ ਨਾਲ ਜੱਫੀ ਪਾ ਲਓ, ਮਲਕ ਸਾਹਿਬ ਨਾਲ ਪਾ ਲਓ ਜੱਫੀ, ਇੱਧਰ ਸ਼ੇਖ ਸਾਹਿਬ ਨਾਲ ਪਾ ਲਓ, ਕਿਸੇ ਭੱਟੀ ਸਾਹਿਬ ਨਾਲ, ਕਿਸੇ ਟਵਾਣਾ ਸਾਹਿਬ ਨਾਲ, ਉਹਨਾਂ ਦੀਆਂ ਜੱਫੀਆਂ 'ਚ ਕੀ ਜ਼ੋਰ ਨਹੀਂ ਰਹਿ ਗਿਆ। ਸਹੀ ਗੱਲ, ਸਿਰਫ ਗੁੱਜਰ ਹੀ ਰਹਿ ਗਿਆ ਨਾ ਸਾਹਿਬ। ਸਹੀ ਗੱਲ। ਤੇ ਇਹ ਬਹਰਾਲ ਸਾਡੇ ਮੁਲਕ ਦੀ ਬੜੀ ਭੈੜੀ ਗੱਲ ਹੈ। ਬਸ ਮਾਨ ਸਾਹਿਬ ਹਰ ਫੀਲਡ 'ਚ ਕਹਿੰਦੇ ਨਾ ਸਾਫਤ ਹੋਏ ਉਹਦੇ 'ਚ ਵੀ ਕੁਝ ਬਲੈਕ ਸ਼ੀਪਸ ਕਹਿੰਦੇ ਨੇ, ਕਾਲੀਆਂ ਭੇੜਾਂ ਤੇ ਉਹ ਜਿਹੜੇ ਨਾ ਇਹ ਕਾਲੀਆਂ ਭੇੜਾਂ ਜਿਹੜੀਆਂ ਹੁੰਦੀਆਂ ਦੁੱਧ ਨਹੀਂ ਦਿੰਦੀਆਂ, ਇਹ ਸਿਰਫ ਅਲਾਮੇ ਲੈ ਕੇ ਦਿੰਦੀਆਂ। ਇਹਨਾਂ ਦੇ ਸਿਰਫ ਦੁੱਧ ਨਹੀਂ ਆਉਂਦਾ, ਇਹਨਾਂ ਦਾ ਅਲਾਮਾ ਆਉਂਦਾ। ਅੱਛਾ ਮਾਨ ਸਾਹਿਬ, ਕੱਲ੍ਹ ਇੱਕ ਹੋਰ ਬੜਾ ਵਾਕਿਆ ਹੋਇਆ ਜਿਹਦੇ ਬੜਾ ਦੁੱਖ ਹੋਇਆ। ਉਹ ਇਹ ਹੋਇਆ ਕਿ ਪਾਕਿਸਤਾਨ ਦੀ ਵਕੀਲਾ ਬਰਾਦਰੀ ਤੇ ਸਾਡੇ ਕਾਇਦੇ ਦੀ ਬੜੀ ਲਾਇਰ ਸਨ, ਵਕੀਲ ਸਨ ਤੇ ਵਕੀਲਾਂ ਨੇ ਸਾਡੇ ਪਾਕਿਸਤਾਨ ਬੜਾ ਅੱਗੇ ਲੈ ਗਏ। ਵਕੀਲਾਂ ਦੀ ਮੂਵਮੈਂਟ ਨੇ ਪਾਕਿਸਤਾਨ ਜਮਹੂਰੀਅਤ ਦਾ ਦੁਬਾਰਾ ਰਸਤਾ ਖੋਲ੍ਹਿਆ। ਲੇਕਿਨ ਉਹੀ ਵਕੀਲ ਨਾਜ਼ਰੀਨ ਹੁਣ ਜਿਹੜੇ ਨੇ ਉਹ ਸਾਡੇ ਅਸਾਤ ਸਵਾਲ ਹੋ ਗਏ ਨੇ। ਮੈਂ ਸਾਰੇ ਵਕੀਲਾਂ ਦੀ ਗੱਲ ਨਹੀਂ ਕਰ ਰਿਹਾ, ਕੁਛ ਹਲਕਾ ਐਸਾ ਹੈ ਉਹਨਾਂ ਨੂੰ ਜਿਹੜੇ ਮੇਰੇ ਵਕੀਲਾਂ ਨਾਲ ਗੱਲ ਹੋਈ, ਦੋਸਤ ਵਕੀਲ ਨੇ, ਬੜੇ ਅੱਛੇ ਸੁਬਰ ਫੈਮਿਲੀ ਨਾਲ ਤਾਲੁਕ ਹੈ। ਮਤਲਬ ਐਸ ਐਮ ਜ਼ਫਰ ਸਾਹਿਬ ਯਾਰ ਕਿਆ ਸਨ, ਉਹ ਬੜੇ ਯਾਰ ਤੁਸੀਂ ਕਾਇਦਿਆਂ ਦਾ ਜ਼ਿਕਰ ਕੀਤਾ, ਕਿੰਨੇ ਵੱਡੇ ਵਕੀਲ ਹੋਏ ਨੇ। ਔਰ ਕਦੀ ਤੁਸੀਂ ਪੂਰਾ ਇਹਨਾਂ ਦੀ ਹਿਸਟਰੀ 'ਚ ਵੇਖਿਆ ਕਿ ਉਹਨਾਂ ਨੇ ਕਿਸੇ ਨੂੰ ਕੁੱਟਿਆ ਹੋਵੇ? ਆਪਣੇ ਦੋਸਤ ਨੂੰ ਕੱਲ ਪੁੱਛਿਆ ਕਿ ਯਾਰ ਕੌਣ, ਕਹਿੰਦੇ ਯਾਰ ਦੇਖੋ ਹਰ ਫੀਲਡ 'ਚ ਜਰਨਲਿਜ਼ਮ ਲੈ ਲਓ, ਸਿਆਸਤ ਦਾ ਹਰ ਬਲੈਕ ਸ਼ੀਪ ਹੈਗੇ ਨੇ, ਕਾਲੇ ਭੇੜਾਂ ਨੇ, ਜਿਹਦੀ ਵਜ੍ਹਾ ਤੋਂ ਨਾ ਪੂਰਾ ਅਦਾਰਾ ਬਦਨਾਮ ਹੋ ਜਾਂਦਾ। ਤੇ ਕਹਿੰਦੇ ਜਿਹੜੀ ਪੂਰੀ ਫਰਟਰਨਿਟੀ ਹੈ ਉਹਨੇ ਕੰਡੈਮ ਕਰ ਰਹੀ ਹੈ ਕਿ ਦੇਖੋ ਜੀ ਕੁਝ ਵਕੀਲਾਂ ਦੀ ਵਜ੍ਹਾ ਤੋਂ ਸਾਰਾ ਨਿਜ਼ਾਮ ਜਿਹੜਾ। ਲੇਕਿਨ ਇੱਕ ਗੱਲ ਜਿਹੜੀ ਬੜੀ ਜ਼ਰੂਰੀ ਹੈ, ਅਸੀਂ ਕਹਾਂਗੇ ਜਸਟਿਸ ਅਤਰ ਮਿਨਲਾ ਨੂੰ ਕਿ ਅਗਰ ਤੁਸੀਂ ਉਹਨੇ ਤੁਹਾਨੂੰ ਕੰਮ ਕਰਨ ਤੋਂ ਰੋਕਾ ਗਿਆ, ਵਕੀਲ ਆਏ ਤੁਹਾਡੇ ਉੱਥੇ ਤੋੜ-ਫੋੜ ਕੀਤੀ, ਲੇਕਿਨ ਹੁਣ ਅਗਰ ਉਹਨਾਂ ਦੇ ਖਿਲਾਫ FIR ਦਰਜ ਹੋ ਗਈ ਹੈ 5 ਵਕੀਲਾਂ ਦੇ ਖਿਲਾਫ, ਲੇਕਿਨ ਅਗਰ ਹੁਣ ਸਟਰਨ ਐਕਸ਼ਨ ਨਹੀਂ ਹੋਏਗਾ, ਉਸ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਕੰਪਰੋਮਾਈਜ਼ ਅਗਰ ਹੋ ਗਿਆ ਤਾਂ ਫਿਰ ਦੇਖੋ ਨਾ ਉਹਨਾਂ ਨੂੰ ਤੇ ਫਿਰ ਸ਼ਹਿ ਮਿਲ ਜਾਏਗੀ ਕਿ ਕੋਈ ਗੱਲ ਨਹੀਂ, ਇਹੋ ਜਿਹਾ ਕੰਮ ਕਰ ਲਓ, ਫਿਰ ਅਸੀਂ ਜਾ ਕੇ ਕੁਛ ਤਾਂ ਕੁਛ ਅੰਦਰ ਖਾਤੇ ਕੋਈ ਨਾ ਕੋਈ ਗੱਲ ਲਾ ਲਾਂਗੇ ਤੇ ਫਿਰ ਸੁਲ੍ਹਾ ਹੋ ਜਾਏਗੀ। ਤੇ ਹੁਣ ਇਹ ਜਿਹੜੇ ਲੋਕ ਨੇ ਨਾ, ਇਹਨਾਂ ਨੂੰ ਇਹਨਾਂ ਦੇ ਉਹਨੂੰ ਉਰਦੂ 'ਚ ਕਹਿੰਦੇ ਨੇ ਕੈਫਰੇ ਕਿਰਦਾਰ ਤੱਕ ਪਹੁੰਚਾਉਣਾ। ਇਹਨਾਂ ਨੂੰ ਸਬਕ ਤਾਂ ਮਿਲਣਾ ਚਾਹੀਦਾ ਯਾਰ ਕਿ ਗਲਤ ਕੰਮ ਕਰੋਗੇ ਤਾਂ ਉਹਦਾ ਗਲਤੀ ਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ, ਤਾਂ ਕਿ ਅੱਗੋਂ ਕੋਈ ਵੀ ਉਹ ਲੋਕ ਔਰ ਦੂਸਰੇ ਲੋਕ ਵੀ ਜਿਹੜੇ ਨੇ ਉਹ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਸੋਚਣ। ਤੇ ਸਿਆਸਤ 'ਤੇ ਆ ਜਾਂਦੇ ਹਾਂ। ਅੱਜ ਦੀ ਇਹ ਖਬਰ ਸੀ ਨਾਜ਼ਰੀਨ ਤੁਹਾਡੇ ਨਾਲ ਸ਼ੇਅਰ ਕਰਨੀ ਆ, ਸੈਨੇਟਰਸ ਦੀ ਵੀਡੀਓ ਹੋਈ। ਸੈਨੇਟਰਸ ਨੇ ਜਦੋਂ ਮੁੰਤਖਬ ਹੋਣਾ ਸੀ 2018 ਦੇ ਇਲੈਕਸ਼ਨ 'ਚ, ਸੈਨੇਟ ਦੇ ਇਲੈਕਸ਼ਨ 'ਚ, ਉੱਥੇ ਨਾਜ਼ਰੀਨ ਵੋਟ ਪਏ ਨੇ MPs 20 MPs PTI ਦੇ, ਉਹਨਾਂ ਦੀ ਲੱਖਾਂ ਰੁਪਏ ਲਿੱਤਾ ਹੈ। ਉਹ ਵੀਡੀਓ ਆਈ ਹੈ, ਕਰੋੜਾਂ ਰੁਪਈਆ। ਕਹਿੰਦੇ ਬਲੋਚਿਸਤਾਨ 'ਚ ਇੱਕ ਸੈਨੇਟਰ ਬਣਨਾ ਸੀ ਕਿ MPA ਨੂੰ 20 ਕਰੋੜ ਰੁਪਏ ਦਿੱਤਾ। ਉਹ ਇਮਰਾਨ ਸਾਹਿਬ ਕਾਸ਼ ਮੈਂ MP ਮੈਨੂੰ ਚੰਗਾ ਭਲਾ ਟਿਕਟ ਵੀ ਮਿਲਦਾ ਸੀ। ਅੱਛਾ ਕਿਹਦਾ? ਮੈਟਰੋ ਦਾ। ਤੇ 20 ਰੁਪਏ ਦਾ ਟਿਕਟ ਸੀ, ਮੈਂ ਲੈ ਕੇ MPA ਬਣ ਜਾਂਦਾ। ਅੱਜ 20 ਕਰੋੜ ਮੇਰੇ ਕੋਲ ਹੋਣਾ ਸੀ, ਵਿੱਚੋਂ 2 ਕਰੋੜ ਨੂੰ ਤੁਹਾਨੂੰ ਦੇ ਦੇਣਾ। ਅੱਛਾ, ਫਿਰ ਤੁਸੀਂ ਮੇਰੇ ਘਰ ਆ ਕੇ ਰਿਕਾਰਡਿੰਗ ਕਰਿਆ ਕਰਦੇ, ਮੈਂ ਤੁਹਾਨੂੰ ਟਾਈਮ ਨਹੀਂ ਸੀ ਦੇਣਾ। अमीर आदमी बन जाना। मेरा फोन पे कर दिया मास्टर का नहीं, मैं मेरे पास करोड़ रुपया है, आप मुझे फोन ना करें। हां तुसी दे दे कि शेख है मैं हां मैं ਉਹਨੂੰ ਰੱਖੀ ਰੱਖਣਾ ਸੀ, ਮੈਂ ਬਸ ਐਂ ਕਰਕੇ ਐਂ ਹੀ ਕਰੀ 100 ਰੁਪਏ ਕਰ ਲਿਆ। ਉਹਨਾਂ ਦਾ ਉਹ ਸ਼ੇਖ ਦੀ ਤੁਸੀਂ ਗੱਲ ਨਹੀਂ ਨਾ, ਉਹ ਇੱਕ ਸ਼ੇਖ ਸਾਹਿਬ ਨਾਲ ਉਹਨਾਂ ਨੇ ਘਿਓ ਦਾ ਡੱਬਾ ਜਿਹੜਾ ਨਾ ਉਹ ਅਲਮਾਰੀ 'ਚ ਰੱਖਿਆ ਸੀ ਤੇ ਬੱਚਿਆਂ ਨੂੰ ਘਿਓ ਦੇ ਡੱਬੇ ਦੇ ਉੱਤੋਂ ਹੀ ਰੋਟੀ ਲਾ ਕੇ ਤੇ ਅੰਦਰ ਦੇ ਦਿੰਦੇ। ਉਹ ਫੌਤ ਹੋ ਗਏ ਅੱਬਾ ਜੀ, ਤੇ ਹੁਣ ਵੱਡੇ ਭਰਾ ਦੇ ਹੱਥ 'ਚ ਚਾਰਜ ਆ ਗਿਆ। ਉਹਨੇ ਨਾ ਉਹ ਅਲਮਾਰੀ ਬੰਦ ਕਰਕੇ ਤੇ ਤਾਲੇ ਦੇ ਉੱਤੋਂ ਹੀ ਅੱਛਾ ਕਿ ਉਹ ਰੋਟੀ ਲਾ ਕਹਿੰਦਾ ਹੁਣ ਅੱਬਾ ਜੀ ਦੇ ਦੌਰ ਵਾਲੀਆਂ ਮੌਜਾਂ ਮੁੱਕ ਗਈਆਂ। ਅੱਬਾ ਜੀ ਦੇ ਦੌਰ ਵਾਲੀਆਂ ਮੌਜਾਂ ਮੁੱਕ ਗਈਆਂ ਹੁਣ ਕਿ ਤੁਹਾਨੂੰ ਘਿਓ ਦੇ ਡੱਬੇ ਨਾਲ ਕੋਈ ਕਦੇ ਆਏ। ਤੇ ਹੁਣ ਜਿਹੜਾ ਖਾਸ ਸਾਹਿਬ ਮੁਤਾਲਬਾ ਕਰ ਰਹੇ ਨੇ ਕਿ ਜੀ ਉਹਨਾਂ ਨੇ ਇੱਕ ਆਰਡੀਨੈਂਸ ਵੀ ਜਾਰੀ ਕੀਤਾ ਹੈ ਕਿ ਓਪਨ ਬੈਲਟਿੰਗ ਹੋਣੀ ਚਾਹੀਦੀ ਹੈ ਤਾਂ ਕਿ ਸਭ ਨੇ ਖੜੇ ਹੋ ਗਏ, ਤੁਸੀਂ ਨਹੀਂ ਮੈਂ ਤੁਹਾਨੂੰ ਵੋਟ ਪਾ ਰਿਹਾ ਹੈ। ਮਾਸਾ ਉਹ ਸਹੀ ਨਹੀਂ ਹੈਗਾ, ਉਹ ਬਿਲਕੁਲ ਸਹੀ ਹੈ, ਸਾਹਮਣੇ ਹਰ ਚੀਜ਼ ਬਲੈਕ ਐਂਡ ਵਾਈਟ। ਬਿਲਾਵਲ
ਪਰਵੇਜ਼ ਜ਼ਰਦਾਰੀ ਤੇ ਮਰੀਮ ਨਵਾਜ਼ ਸ਼ਰੀਫ ਉਹਦੀ ਮੁਖਾਲਫਤ ਕਰ ਰਹੇ ਨੇ ਬੜੀ ਉਹਦੇ ਸਰ ਦੇਖੋ ਨਾ ਹਰ ਜਿਹੜਾ ਬਾਸ਼ਊਰ ਆਦਮੀ ਹੈ ਨਾ ਉਹ ਅੱਛੀ ਗੱਲ ਦੀ ਹਮਾਇਤ ਕਰੇਗਾ ਤੇ ਜਿਹੜਾ ਨਹੀਂ ਹਮਾਇਤ ਕਰੇਗਾ ਉਹ ਤੁਹਾਨੂੰ ਖਰਾਬ ਇੱਕ ਦੌਰ ਹੁੰਦਾ ਸੀ ਸਿਆਸਤ 'ਚ ਕਿ ਅਸੀਂ ਲੈਫਟ ਦੀ ਸਿਆਸਤ ਕਰਦੇ ਸੀ ਰਾਈਟ ਦੀ ਸਿਆਸਤ ਕਿ ਰਾਈਟ ਦੀ ਸਿਆਸਤ ਹੁੰਦੀ ਸੀ ਜੀ ਸਟੈਬਲਿਸ਼ ਪ੍ਰੋ ਸਟੈਬਲਿਸ਼ ਮੀਆਂ ਨਵਾਜ਼ ਸ਼ਰੀਫ ਸਾਹਿਬ ਲੈਫਟ ਜਿਹੜੀ ਉਹ ਹੁੰਦੀ ਸੀ ਉਹ ਅਵਾਮੀ ਸਿਆਸਤ ਹੁੰਦੀ ਸੀ ਤਹਿਰੀਕ ਤੇ ਪੀਪਲਸ ਪਾਰਟੀ ਨੁਮਾਇੰਦਾ ਜਮਾਤ ਸੀ ਲੈਫਟ ਦੀ ਸਿਆਸਤ ਯੈਸ ਲੇਕਿਨ ਹੁਣ ਐਡਾ ਆਲਮੀ ਹੈ ਦੇਖੋ ਤਿੰਨ ਪਾਰਟੀਆਂ ਨੇ ਪੀਟੀਆਈ ਪਾਕਿਸਤਾਨ ਪੀਪਲਸ ਪਾਰਟੀ ਤੇ ਮੁਸਲਿਮ ਲੀਗ ਨੂੰ ਤਿੰਨੋਂ ਹੁਣ ਰਾਈਟ ਦੀਆਂ ਉਹ ਤਿੰਨਾਂ ਜੰਗ ਜਾਰੀ ਹੈ ਕਿ ਅਸੀਂ ਉਹਨਾਂ ਦੇ ਜ਼ਿਆਦਾ ਨਜ਼ਦੀਕ ਸਨ ਤੁਹਾਡੀ ਮਿਹਰਬਾਨੀ ਸਾਨੂੰ ਲੈ ਤੁਹਾਡੀ ਮਿਹਰਬਾਨੀ ਸਾਨੂੰ ਲੈ ਠੀਕ ਹੈ ਨਾ ਕਿੰਨੇ ਹਾਲਾਤ ਬਦਲ ਗਏ ਨੇ ਕਿੰਨੇ ਹਾਲਾਤ ਬਦਲ ਗਏ ਨੇ ਇਹਨਾਂ ਨੇ ਵੱਡਿਆਂ ਨੇ ਕੀ ਕੀਤਾ ਤੇ ਬੱਚੇ ਕੀ ਕਰ ਰਹੇ ਨੇ ਤੇ ਮਾਂ ਸਾਹਿਬ ਇਹ ਤੇ ਪਾਕਿਸਤਾਨ ਦੀ ਸਿਆਸਤ ਦੇ ਹਾਲਾਤ ਸਨ ਨਸੀਬੋ ਲਾਲ ਦਾ ਗਾਣਾ ਤੁਸੀਂ ਗਾਇਆ ਤੇ ਹੁਣ ਸਾਨੂੰ ਯਾਰ ਨਸੀਬੋ ਲਾਲ ਨੇ ਤੇ ਕਮਾਲ ਅੱਛੇ ਬੜੇ ਅੱਛੇ ਗਾਣੇ ਗਾਏ ਨੇ ਨਸੀਬੋ ਲਾਲ ਦਾ ਤੁਸੀਂ ਉਹ ਗਾਣਾ ਸੁਣਿਆ ਮੈਂ ਤੁਹਾਨੂੰ ਪੇਸ਼ ਕਰਦਾ ਸੁਣ ਜਾਣਗੇ ਅੱਜ ਫਿਰ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਕਿਸੇ ਗੈਰ ਉੱਤੇ ਕਰੀਏ ਕੀ ਮਾਣ ਸਜਣਾ ਕਦੀ ਰਹਿਣਾ ਨਹੀਂ ਜਗ ਤੇ ਜਹਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਮੈਡਮ ਨਸੀਬੋ ਨੇ ਇਹੋ ਜਿਹੇ ਗਾਣੇ ਗਾਏ ਨੇ ਔਰ ਬੜੇ ਅੱਛੇ ਗਾਣੇ ਗਾਏ ਨੇ ਲੇਕਿਨ ਸਾਡੀ ਆਵਾਮ ਜਿਹੜੀ ਉਹਦਾ ਧਿਆਨ ਜਿਹੜਾ ਉਹ ਭੈੜੀਆਂ ਗੱਲਾਂ ਵੱਲ ਜਾਂਦਾ ਚੰਗੀਆਂ ਵੱਲ ਪਾਸੇ ਜਾਂਦਾ ਹੀ ਬਹੁਤ ਸ਼ੁਕਰੀਆ ਮਾਸਟਰ ਬੜਾ ਅੱਛਾ ਤੁਸੀਂ ਦੋ ਸਾਨੂੰ ਗਾਣੇ ਸੁਣਾਏ ਨੇ ਅਸੀਂ ਤੇ ਨਾਜ਼ਰੀਨ ਤੂੰ ਪੁੱਤਰ ਆਪਣਾ ਭਰਾ ਨਾ ਐਸੀ ਗੱਲ ਨਹੀਂ ਜਬ ਦੇਸ਼ੋ ਚ ਕਹਿਣਾ ਕੋਈ ਜੀ ਇਨਸ਼ਾਅੱਲਾ ਨੁਕਸਾਨ रहेगा अपना कमेंट जरूर करा करो तो इंशाल्लाह अगले हफ्ते फिर मुलाकात होगी। अल्लाह हाफिज़।